सत श्री अकाल, नमस्कार, आदाब। ਅੱਜ ਅਸੀਂ ਕੁਝ ਉਹਨਾਂ ਵਿਮੁਕਤ ਜਾਤੀਆਂ ਦੀਆਂ ਗਲੀਆਂ ਦਾ ਸਫ਼ਰ ਕਰਾਂਗੇ ਜੋ ਆਜ਼ਾਦ ਮੁਲਕ ਵਿੱਚ ਵੀ ਗੁਲਾਮ ਨੇ। ਇਹਨਾਂ ਜਾਤੀਆਂ ਦੇ ਤਕਰੀਬਨ 193 ਕਬੀਲੇ ਨੇ ਜੋ ਕਿ ਸੰਸਾਰ ਭਰ ਵਿੱਚ ਫੈਲੇ ਹੋਏ ਨੇ, ਪਰ ਆਪਣੇ ਅਕਸ ਦੀ ਅੱਜ ਵੀ ਤਲਾਸ਼ ਕਰ ਰਹੇ ਨੇ, ਕਿਉਂਕਿ ਨਾ ਤਾਂ ਇਹਨਾਂ ਨੂੰ ਕਿਸੇ ਸੰਵਿਧਾਨ ਵਿੱਚ ਥਾਂ ਮਿਲ ਪਾਈ ਹੈ ਤੇ ਨਾ ਹੀ ਕਿਸੇ ਖਜ਼ਾਨੇ ਤੋਂ ਕੋਈ ਪੈਸਾ ਮਿਲ ਪਾਇਆ। मैं हाँ ਭਲੇਂਦਰ ਸਿੰਘ ਵਿਰਮਾਨੀ ਅਤੇ ਅੱਜ ਅਸੀਂ ਆਪਣੇ ਇਸ ਖਾਸ ਪੇਸ਼ਕਸ਼ ਵਿੱਚ ਗੱਲ ਕਰਾਂਗੇ ਕੁਝ ਅਜਿਹੇ ਲੋਕਾਂ ਦੀ ਜੋ ਆਜ਼ਾਦੀ ਮਿਲਣ ਤੋਂ ਪਹਿਲਾਂ ਅਤੇ ਆਜ਼ਾਦੀ ਮਿਲਣ ਤੋਂ ਬਾਅਦ ਵੀ ਲਗਾਤਾਰ ਭਾਲ ਕਰ ਰਹੇ ਨੇ ਆਪਣੀ ਹੋਂਦ ਦੀ। ਇਹਨਾਂ ਜਾਤੀਆਂ ਦੇ ਜੇਕਰ ਪਿਛੋਕੜ ਤੇ ਨਜ਼ਰ ਪਾਈ ਜਾਏ ਤਾਂ ਇਤਿਹਾਸ ਵਿੱਚ ਇਹਨਾਂ ਦਾ ਜ਼ਿਕਰ ਬਹਾਦੁਰ ਕੌਮ ਵਜੋਂ ਦਰਜ ਹੈ। ਜੀ ਹਾਂ, ਜਿਨ੍ਹਾਂ ਨੇ ਮੁਗਲਾਂ ਨੂੰ ਵੀ ਆਪਣੀ ਤਾਕਤ ਦਾ ਅਹਿਸਾਸ ਕਰਵਾਇਆ ਅਤੇ ਅੰਗਰੇਜ਼ਾਂ ਤੇ ਵੀ ਭਾਰੀ ਰਹੇ। ਅਖੀਰ ਵਿੱਚ ਅੰਗਰੇਜ਼ੀ ਹਕੂਮਤ ਨੇ ਭਾਰਤ ਭਰ ਦੇ ਇਹਨਾਂ ਕਬੀਲਿਆਂ ਦੇ ਲੋਕਾਂ ਨੂੰ ਦੂਰ ਦੁਰਾਡੇ ਭੇਜ ਕੇ ਇਹਨਾਂ ਤੇ ਇੰਨੀ ਤਸ਼ੱਦਦ ਢਾਈ ਕਿ ਅੱਜ ਵੀ ਇਹ ਲੋਕ ਉਸ ਤੋਂ ਬਾਹਰ ਨਹੀਂ ਆ ਸਕੇ। ਵਿਮੁਕਤ ਜਾਤੀਆਂ ਦੇ 193 ਕਬੀਲੇ, ਜਿਨ੍ਹਾਂ ਸੂਰਬੀਰ ਕਬੀਲਿਆਂ ਨੇ ਮੁਗਲਾਂ ਦੀ ਈਨ ਨਾ ਮੰਨੀ, ਜੰਗਲੀ ਖਾਨਾ ਬਦੋਸ਼ ਕਮਤੂ ਜੀਵਨ ਬਤੀਤ ਕਰਨਾ ਮਨਜ਼ੂਰ ਕਰ ਲਿਆ। ਇਹ ਕਬੀਲੇ ਖਾੜੀ ਦੇ ਦੇਸ਼ਾਂ, ਯੂਰੋਪੀਅਨ ਦੇਸ਼ਾਂ ਅਤੇ ਸਾਰੇ ਸੰਸਾਰ ਵਿੱਚ ਫੈਲ ਗਏ। ਅੰਗਰੇਜ਼ ਭਾਰਤ ਰਾਜ ਸਮੇਂ ਵਿਮੁਕਤ ਜਾਤੀਆਂ ਦੇ ਇਨ੍ਹਾਂ ਜ਼ਿੱਦੀ ਕਬੀਲਿਆਂ ਨੂੰ ਪੱਛਮੀ ਸੱਭਿਅਤਾ, ਹਕੂਮਤ, ਵਿੱਦਿਆ ਪ੍ਰਣਾਲੀ ਨੂੰ ਨਾ ਕਬੂਲਣ ਤੇ ਅੰਗਰੇਜ਼ ਸਰਕਾਰ ਨੇ ਜ਼ਰਾਇਮ ਪੇਸ਼ਾ ਕਬੀਲੇ ਕਰਾਰ ਦੇ ਕੇ ਸਮੇਂ-ਸਮੇਂ ਸਿਰ ਜ਼ਰਾਇਮ ਪੇਸ਼ਾ ਐਕਟ ਤਹਿਤ ਕਾਲੇ ਪਾਣੀ ਤੋਂ ਵੀ ਸਖਤ ਸਜ਼ਾ, ਫਾਂਸੀ, ਦੇਸ਼ ਨਿਕਾਲਾ, ਜ਼ਮੀਨ ਜਾਇਦਾਦ ਕੁਰਕ, ਜ਼ਬਾਨ ਬੰਦ, ਕਲਮ ਬੰਦ ਖਾਨੇ ਵਿੱਚ ਰਾਤ ਦਿਨ 6 ਵਾਰ ਹਾਜ਼ਰੀ ਦੇਣੀ ਪੈਂਦੀ, ਇੱਕ ਤੋਂ ਦੂਜੀ ਜਗ੍ਹਾ ਤੇ ਬਿਨਾਂ ਆਗਿਆ ਪਾਬੰਦੀ ਪੈਰਾਂ ਤੇ ਹੱਥਾਂ ਦੇ ਨਿਸ਼ਾਨ ਲਏ ਜਾਂਦੇ ਸਨ। ਇਹਨਾਂ ਦੇ ਡੇਰਿਆਂ ਨੂੰ ਜੇਲ੍ਹਾਂ ਕਰਾਰ ਦਿੱਤਾ ਜਾਂਦਾ ਸੀ। ਸਾਰੇ ਭਾਰਤ ਵਿੱਚ ਇਹਨਾਂ ਲਈ ਸਪੈਸ਼ਲ ਜੇਲ੍ਹਾਂ ਬਣਾਈਆਂ ਗਈਆਂ ਸੀ। ਪੁਲਿਸ ਦੀ 24 ਘੰਟੇ ਨਿਗਰਾਨੀ ਰਹਿੰਦੀ ਸੀ, ਪਰ ਆਪਣੇ ਘਰ ਵਿੱਚ ਵੀ ਇਹ ਤਸ਼ੱਦਦ ਸਹਿੰਦੇ ਰਹੇ। ਨਾ ਕੋਈ ਅਪੀਲ, ਨਾ ਕੋਈ ਦਲੀਲ, ਨਾ ਕੋਈ ਵਕੀਲ, ਭਾਵ ਇਹਨਾਂ ਵਾਸਤੇ ਆਜ਼ਾਦੀ ਨਾਮ ਦੀ ਕੋਈ ਚੀਜ਼ ਨਹੀਂ ਸੀ। ਸਾਡੇ ਨਾਲ ਬਹੁਤ ਮਾੜੇ ਸਲੂਕ ਕਰਦੇ ਸੀ ਜੀ। ਅਸੀਂ ਸਾਨੂੰ ਤੇ ਉਹਨਾਂ ਨੇ ਬਹੁਤ ਮਾੜੇ ਸਲੂਕ ਕੀਤੇ, ਕਿਉਂ ਸਾਡੇ ਦੇਸ਼ ਵੱਲੇ ਅਸੀਂ ਸੀਆਈਡੀਆਂ ਕਰਦੇ ਸੀ, ਸਾਡੇ ਸੀਆਈਡੀਆਂ ਕਰਦੇ ਸੀ ਤੇ ਉਹਨਾਂ ਸਾਨੂੰ ਦਸਤ ਕਰਤਾ ਸੀ। ਕਿੰਨਾ ਵੱਲੋਂ ਸੀਆਈਡੀਆਂ ਕਰਦੇ ਸੀ? ਇਹ ਉਹਨਾਂ ਦੀਆਂ ਸੀਆਈਡੀਆਂ ਕਰਦੇ ਸੀ ਤੇ ਅੰਗਰੇਜ਼ਾਂ ਦੀਆਂ ਸੀ ਤੇ ਆਪਣੇ ਦੇਸ਼ ਦਿਆਂ ਨੂੰ ਦੱਸਦੇ ਹਾਂ। ਤੇ ਅਸੀਂ ਤੇ ਜੰਗਲਾਂ ਵਿੱਚ ਰਹਿ ਕੇ ਤੇ ਫਿਰ ਉਦੋਂ टाइम पास किए ते उन्हां सानू 10 नंबरीए बदमाशां विच रख दिता है। CTA 1924 जो पिछले सारे CTA एक्टां नूं इकट्ठा करके बनाया गया सी, उस विच 30 सैक्शन सन। ਇਹ ਏਸ਼ੀਆਟਿਕ ਐਕਟ 1884-85, ਮਿਊਟਨੀ ਐਕਟ 1858 ਅਤੇ ਰੋਲਟ ਐਕਟ 1919 ਤੋਂ ਵੀ ਸਖਤ ਸੀ। ਅੰਗਰੇਜ਼ ਸਰਕਾਰ ਨੇ ਜਿਵੇਂ INA ਨੂੰ ਕ੍ਰਿਮੀਨਲ ਫੋਰਸ ਅਤੇ ਦੇਸ਼ ਭਗਤਾਂ ਨੂੰ ਗੱਦਾਰ ਕਰਾਰ ਦਿੱਤਾ, ਉਸੇ ਤਰ੍ਹਾਂ ਵਿਮੁਕਤ ਜਾਤੀਆਂ ਦੇ ਕਬੀਲਿਆਂ ਨੂੰ ਜ਼ਰਾਇਮ ਪੇਸ਼ਾ ਕਬੀਲੇ ਕਰਾਰ ਦੇ ਕੇ ਕਲਕੱਤ ਕੀਤਾ। ਵਿਮੁਕਤ ਜਾਤੀਆਂ ਨੇ ਕਾਂਗਰਸ ਦੇ ਜਨਮ 1885 ਤੋਂ 100 ਕੁ ਸਾਲ ਪਹਿਲਾਂ ਅੰਗਰੇਜ਼ ਸਰਕਾਰ ਵਿਰੁੱਧ ਜੰਗ ਛੇੜ ਰੱਖੀ ਸੀ ਅਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਹੇਠ ਆਜ਼ਾਦੀ ਦੀਆਂ ਲਹਿਰਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ। ਕ੍ਰਿਮੀਨਲ ਰਾਈਟਸ ਐਕਟ ਇਨਕੁਆਇਰੀ ਕਮੇਟੀ 1939 ਦੀ ਰਿਪੋਰਟ ਵਿਮੁਕਤ ਜਾਤੀਆਂ ਦੀ ਜੀਤੋ ਪੁਕਾਰ ਅਤੇ ਗਾਂਧੀਵਾਦੀ ਮਾਸਟਰ ਪ੍ਰਭੂ ਦਿਆਲ ਜੀ ਦੇ ਕਈ ਸਾਲਾਂ ਨੰਗੇ ਪੈਰੀ ਰਹਿਣ ਦੇ ਫਰੰਟ ਤੇ ਨਹਿਰੂ ਜੀ ਦੀ ਸਰਕਾਰ ਨੇ 82 ਸਾਲਾਂ ਦੇ ਲੰਬੇ ਸਮੇਂ ਤੋਂ ਬਾਅਦ 31 ਅਗਸਤ 1952 ਨੂੰ ਪਾਰਲੀਮੈਂਟ ਵਿੱਚ ਬਿੱਲ ਪਾਸ ਕਰਕੇ ਸੰਪੂਰਨ ਆਜ਼ਾਦੀ ਦੇ ਦਿੱਤੀ। ਇਹ ਕਬੀਲੇ ਭਾਰਤ ਸਰਕਾਰ ਦੇ 1935 ਦੇ ਐਕਟ ਅਤੇ ਆਜ਼ਾਦੀ ਦੇ 1947 ਦੇ ਐਕਟ ਅਤੇ ਸੰਵਿਧਾਨ ਦੀ ਧਾਰਾ 14 ਦੇ ਬਾਵਜੂਦ ਵੀ ਦੂਜੇ ਦੇਸ਼ ਵਾਸੀਆਂ ਨਾਲੋਂ 5 ਸਾਲ 16 ਦਿਨ ਬਾਅਦ ਆਜ਼ਾਦ ਹੋਏ। ਇਹ ਲੋਕ ਹਰ ਸਾਲ 31 ਅਗਸਤ ਨੂੰ ਆਪਣਾ ਸੰਪੂਰਨ ਮੁਕਤੀ ਦਿਵਸ ਨੈਸ਼ਨਲ ਪੱਧਰ ਤੱਕ ਮਨਾਉਂਦੇ ਹਨ। ਸਾਡਾ ਜਿਹੜਾ ਦੇਸ਼ ਆਜ਼ਾਦ ਹੋਇਆ ਉਦੋਂ ਸਾਨੂੰ ਯਾਦ ਨਹੀਂ ਕੀਤਾ ਗਿਆ। ਅਸੀਂ ਅੰਗਰੇਜ਼ ਨੇ ਸਾਨੂੰ ਰੱਖਿਆ ਸੀ ਆਪਣੇ ਜਰਾਇਮ ਪੇਸ਼ੇ 'ਚ। ਅਸੀਂ 15 ਅਗਸਤ ਸੰਨ 1952 ਦੇ ਵਿੱਚ ਆਜ਼ਾਦ ਹੋਏ ਹਾਂ। ਇਹ ਜਵਾਹਰ ਲਾਲ ਨੇ ਤੇ ਕੈਰੋਂ ਨੇ ਸਾਡਾ ਜਰਾਇਮ ਪੇਸ਼ਾ ਤੋੜ ਦਿੱਤਾ। ਸਾਡਾ ਬੱਚਾ, ਹਾਂਜੀ, ਸਾਡਾ ਬੱਚਾ 18 ਸਾਲ ਦਾ ਹੁੰਦਾ ਸੀ ਤੇ ਸਾਨੂੰ ਉਹ ਜਿੰਨਾ ਚਿਰ ਉਹ ਪਰਚੀ ਨਹੀਂ ਹੁੰਦੀ ਸਾਡੇ ਕੋਲ ਬੱਚੇ ਦੀ, ਉਹਨਾਂ ਚਿਰ ਬੱਚਾ ਵਾਂਢੇ ਨਹੀਂ ਜਾ ਸਕਦਾ ਜੀ।
ਜੇਕਰ ਇਹਨਾਂ ਦੀ ਕੁੱਲ ਆਬਾਦੀ ਦੀ ਗੱਲ ਕੀਤੀ ਜਾਏ ਤਾਂ ਦੇਸ਼ ਦੀ ਆਬਾਦੀ ਵਿੱਚ ਇਹਨਾਂ ਦਾ ਹਿੱਸਾ 15 ਕਰੋੜ ਤੋਂ ਵੀ ਜ਼ਿਆਦਾ ਹੈ। ਪਰ ਨਾ ਤਾਂ ਭਾਰਤੀ ਸੰਵਿਧਾਨ ਵਿੱਚ ਇਹਨਾਂ ਨੂੰ ਦਰਜ ਕੀਤਾ ਗਿਆ ਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਰਾਖਵਾਂਕਰਨ ਇਹਨਾਂ ਨੂੰ ਮੁਹੱਈਆ ਕਰਵਾਇਆ ਗਿਆ, ਜਦਕਿ ਲੰਬੇ ਸਮੇਂ ਤੋਂ ਇਹ ਲੋਕ ਮੰਗ ਕਰ ਰਹੇ ਨੇ ਕਿ ਇਹਨਾਂ ਨੂੰ ਪਿਛੜੇ ਕਬੀਲਿਆਂ ਦੀ ਸੂਚੀ ਵਿੱਚ ਸ਼ਾਮਿਲ ਕਰ ਲਿਆ ਜਾਏ। विमुक्त जातियां दे 150 कबीलियां नूं शेड्यूल कास्ट, शेड्यूल ट्राइब अते 43 बैकवर्ड क्लासां विच दर्ज किया गया। विमुक्त जातियां दी भारत अंदर आबादी 15 करोड़ के लगभग है। शेड्यूल कास्ट की आबादी का 13%, शेड्यूल ट्राइब की आबादी का 5.5% अते BC का 18% हिस्सा, भाव कुल आबादी 36.5% है। 1911 की जनगणना मुताबिक 11% मुसलमान, 3% सिख अते 86% हिंदू ने। देश की आज़ादी के 66 साल के लंबे समय के बाद भी विमुक्त जातियां दे लोग संविधानिक हकों तो वांझे ने। 790 लोक सभा राज सभा मैंबर अते भारत विच 4120 MLAs विचों विमुक्त जातियां वास्ते एक भी सीट राखवी नहीं रखी गई। विमुक्त जातियां दी मुख मंग इन्हां दी शेड्यूल ट्राइब दी लिस्ट विच शामिल करना है। इस तरह नौकरियां विच भी ना मात्र पड़ती है अते भारत दे खजाने विचों इन्हां नूं कुछ भी नहीं मिलता। साडी मेन मुख मंग है कि विमुक्त जातियां नूं शेड्यूल ट्राइब की लिस्ट में शामिल किया जाए तो इन्हां दा पंजाब विच 10% वखरा राखवांकरण दिता जाए तो इन्हां नूं भी देश के नागरिक होने का दर्जा दिता जाए। असीं ये कहना चाहुंदे सरकारां नूं, जेकर साडे वास्ते विमुक्त जातियां लई हुण कोई रणनीति नहीं बनाई गई, इन्हां दी मंगां नूं नहीं प्रवान किया गया तो सानूं मजबूरन कोई इस तरह का फैसला लेना पवेगा कि सरकारां नूं हो सकदा कि सानूं वोटां दा भी बाईकाट करना पवेगा जी। इस करके साडी ये मंग है कि जल्दी तो जल्दी विमुक्त जातियां दी जिहड़ियां मंगां पूरीआं कीतियां जाण, क्योंकि विमुक्त हर एक MLA कॉन्स्टिट्यूंसी विच 10 तो 15 हज़ार तक वोट है जी। इस करके MP दी जिहड़ी हलके विच लगभग 60-65 हज़ार के करीब वोट है, जो कि एक विमुक्त जातियां एक उम्मीदवार का भविख बदल सकदियां अते देश नूं एक सरकार बनाउण विच अहम रोल अदा कर सकदियां हैं। क्रिमिनल ट्राइब एक्ट इंक्वायरी कमेटी 1949-1950 तो बाद जिन्ने भी कमिशन कमेटियां ने सरकार नूं रिपोर्टां दित्तियां ने, पर सारियां समय-समय दीयां सरकारां ने विमुक्त जातियां दे मुफाद नूं अणदेखिया कीता है। विमुक्त जातियां नूं राखवांकरण पॉलिसी का कोई लाभ नहीं पहुंचा। संविधान दी पवित्र धारा संविधान के पन्नियां तक सीमित रह गईयां। किसी भी मानयोग लैजिस्लेटिव, एग्जीक्यूटिव अते न्याय प्रणाली ने इंसाफ देने की कोशिश नहीं की। भारत दीयां सोशो इकोनॉमिक पोलिटिकल स्कीमां दा अते यूनाइटेड नेशन डेवलपमेंट प्रोग्राम अते कॉमनवेल्थ नेशन सहायता का कोई लाभ नहीं पहुंचा। विमुक्त जातियां लई केंद्र सरकार अते ना ही सूबा सरकार ने कदे भी कोई ठोस कदम नहीं चुकिया। विमुक्त जातियां नूं सरकारी नौकरियां विच 2% दा वखरा राखवांकरण दिता गया, जिसदा इन्हां नूं कोई लाभ नहीं पहुंचदा, क्योंकि वो शेड्यूल कास्ट ते एक्स सर्विसमैन अते स्पोर्ट्स कोटे विच जेकर बच जावेगा तां फिर विमुक्त जातियां नूं दिता जावेगा। पर सरकार ने विमुक्त जातियां नाल धोखा करदिआं होया 2% कोटा भी देण तो इनकार कर दिता। विमुक्त जातियां नूं तरक्कियां अते सरकारी नौकरियां विच 5% दा वखरा राखवांकरण दिता जावे। विमुक्त जातियां नूं उन्हां दे पिछोकड़ दे आधार ते क्रिमिनल ट्राइब एक्ट इंक्वायरी कमेटी 1949-1950 की रिपोर्ट, पंजाब ते हरियाणा हाई कोर्ट के फैसले मिति 5 नवंबर 1982 अते उस वेले दे प्रधानमंत्री श्रीमती इंदिरा गांधी अते जनरल सकत्तर राजीव गांधी दे बयान मिति 31 अगस्त 1982 के आधार ते शेड्यूल कबीले करार दिता जावे। सफेद पत्र जारी करके पार्लीमेंट विच बहस करवाई जावे अते देश के संविधान की मुख्तारा विच जोड़िया जावे। होंद दी तलाश। जी हाँ, साडी खास पेशकश लगातार जारी है, पर रुकांगे एक छोटे जे ब्रेक दे लई छेती हाज़र हो रहे हैं।